ਜਿਵੇਂ ਆ ਪੰਡ ਬੰਨੀ ਹੋਈ ਆ ਨਾ, ਇਹਨੂੰ ਬੰਨੀ ਬਣਾਈ ਨੂੰ ਨਹਿਰਾਂ 'ਚ ਰੋੜਾਂਗੇ, ਇਹੋ ਜਿਹੀਆਂ ਗੰਢਾਂ ਦੇਵਾਂਗੇ ਕਿ ਜਿਹੜੀ ਇਹ ਸਰਕਾਰਾਂ ਮੁੜ ਕੇ ਨਾ ਆ ਸਕਣ। ਅੱਜ ਹਰਿਆਣਾ ਗਵਰਨਮੈਂਟ ਨੇ ਕੋਵਿਡ-19 'ਚ ਡਿਊਟੀ ਕਰਦੇ ਕਰਮਚਾਰੀਆਂ ਦੀ ਇਸ ਸਪੀਡ ਦੀ ਤਨਖਾਹ ਦੁੱਗਣੀ ਕੀਤੀ ਹੈ। ਸਾਡੇ ਵਾਲਿਆਂ ਨੇ ਕਟੌਤੀ ਕੀਤੀ ਆ। ਆਪਾਂ ਕੀ ਕਹਿੰਦੇ, ਸਾਡਾ ਦੇਸ਼ ਲੋਕਤੰਤਰ ਆ ਔਰ ਵਰਲਡ ਦਾ ਸਭ ਤੋਂ ਵੱਡਾ ਲੋਕਤੰਤਰ ਆ। ਇਹ ਲੋਕਤੰਤਰ ਨਹੀਂ, ਇਹ ਨਿੱਜਤੰਤਰ ਆ। ਸਾਰੀ ਰੇਤਾ ਖਾ ਗਏ, ਸਾਰੀ ਸ਼ਰਾਬ ਦਾ ਰੈਵਨਿਊ ਖਾ ਗਏ। ਕੱਚੇ ਮੁਲਾਜ਼ਮਾਂ ਨੂੰ ਜਿਹੜੇ ਆ ਵਿਚਾਰੇ ਪੱਕੇ ਨਹੀਂ ਕਰ ਰਹੇ ਔਰ ਉਹਨਾਂ ਨੂੰ ਨਿਗੂਣੀਆਂ ਤਨਖਾਹਾਂ 10-10 ਹਜ਼ਾਰ ਤੇ ਕੰਮ ਕਰੇ। ਪ੍ਰਾਈਵੇਟ ਲਿਮਟਿਡ 'ਚ ਫਿਰ ਵੀ 4 ਪੈਸੇ ਮਿਲਦੇ ਹੋਣਗੇ। ਇਹਨਾਂ ਦਾ ਤਾਂ ਬੇੜਾ ਗਰਕ ਹੋ ਗਿਆ। ਕੈਪਟਨ ਸਾਹਿਬ ਤਾਂ ਫਾਰਮ ਹਾਊਸ ਬਹਿ ਕੇ ਸਰਕਾਰ ਚਲਾ ਰਹੇ ਹੋਣੇ, ਆਪਾਂ ਦਫ਼ਤਰ 'ਚ ਬਹਿ ਕੇ ਸਰਕਾਰ ਚਲਾ ਰਹੇ ਹਾਂ। ਮੇਰੇ ਦਫ਼ਤਰ ਦਾ ਖੁਦ ਦਾ ਇੱਕ ਸਾਥੀ ਪਿਛਲੇ 4 ਮਹੀਨੇ ਪਹਿਲੇ ਡੈਥ ਹੋਈ ਉਹਦੀ। ਅੱਜ ਦੀ ਡੇਟ ਤੱਕ ਉਹਨੂੰ ਕੋਈ ਪੈਨਸ਼ਨ ਨਹੀਂ ਮਿਲੀ, ਕੋਈ ਪੈਸਾ ਨਹੀਂ ਮਿਲਿਆ ਤੇ ਉਹਦੇ ਘਰ ਦੀ ਹਾਲਤ ਕੀ ਹੋ ਗਈ ਤੁਸੀਂ ਮੇਰੇ ਨਾਲ ਵੱਧ ਜਾਣਦੇ ਜੇ। ਕਿੰਨੇ ਕੁ ਸਾਲਾਂ ਤੋਂ ਇਹ ਪੰਡ ਸਿਰਫ ਭਰਦੀ ਪਈ ਹੈ, ਖਾਲੀ ਨਹੀਂ ਹੋ ਰਹੀ ਆ, ਕੰਮ ਨਹੀਂ ਹੋ ਰਹੇ। ਜਦੋਂ ਦੀ ਕੈਪਟਨ ਸਰਕਾਰ ਆਈ ਆ ਉਹਦੀ ਭਰ ਰਹੀ ਆ। ਉਦੋਂ ਪਹਿਲਾਂ ਬਾਦਲ ਸਰਕਾਰ ਵੀ ਛੱਡ ਗਈ ਸੀ। ਨੂੰ ਤਾਂ ਸਰਕਾਰਾਂ ਹੁੰਦੀਆਂ ਨੇ ਪਰ ਸਰਕਾਰੀ ਕੰਮਕਾਜ ਦਾ ਭਾਰ ਸਾਰਾ ਮੁਲਾਜ਼ਮ ਚੱਕਦੇ ਨੇ। ਦ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਤੁਸੀਂ ਸਰਕਾਰੀ ਦਫ਼ਤਰਾਂ ਦੇ ਵਿੱਚ ਮੁਲਾਜ਼ਮਾਂ ਦੇ ਸਿਰ ਤੇ ਸਰਕਾਰੀ ਕੰਮਕਾਜ ਦੀ ਪੰਡ ਤਾਂ ਦੇਖੀ ਹੋਵੇਗੀ, ਪਰ ਤੁਹਾਨੂੰ ਅੱਜ ਇੱਕ ਨਿਵੇਕਲੀ ਪੰਡ ਦਿਖਾਉਂਦੇ ਆ ਜੋ ਸ਼ਾਇਦ ਤੁਸੀਂ ਨਾ ਦੇਖੀ ਹੋਵੇ। ਸਾਡੇ ਨਾਲ ਕੁਝ ਮੁਲਾਜ਼ਮ ਇੱਥੇ ਖੜੇ ਨੇ ਤੇ ਸਿਰ ਦੇ ਉੱਤੇ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੰਡ ਤੇ ਹੋਰ ਜੋ ਕੁਝ ਦੁੱਖ ਤਕਲੀਫਾਂ ਨੇ, ਜਾਂ ਫਿਰ ਕਿਉਂਕਿ ਸਰਕਾਰ ਦਾ ਮੇਰੇ ਖਿਆਲ ਅੱਜ ਕੱਲ੍ਹ ਫਾਰਮ ਹਾਊਸ ਤੋਂ ਚੱਲ ਰਹੀ ਹੈ, ਪਰ ਮੁਲਾਜ਼ਮ ਜੋ ਨੇ ਉਹ ਅੱਜ ਵੀ ਕੋਵਿਡ-19 ਦੇ ਇਸ ਦੌਰ ਦੇ ਵਿੱਚ ਵੀ ਕੰਮ ਤੇ ਆ ਰਹੇ ਨੇ, ਕੰਮ ਕਰ ਵੀ ਰਹੇ ਨੇ। ਸ਼ਾਇਦ ਤਾਂ ਹੀ ਜੋ ਪੰਜਾਬ ਦਾ ਇਹ ਤੰਤਰ ਹੈ ਸਰਕਾਰੀ ਉਹ ਚੱਲਿਆ ਹੈ, ਨਹੀਂ ਤਾਂ ਹੁਣ ਨੂੰ ਕਾਹਦਾ ਇਹ ਠੱਪ ਹੁੰਦਾ। ਗੱਲਬਾਤ ਕਰਾਂਗੇ। ਸੁਖਚੈਨ ਸਿੰਘ ਖਹਿਰਾ ਜੀ ਸਾਡੇ ਨਾਲ ਮੌਜੂਦ ਨੇ। ਭਾਜੀ ਇਹ ਪੰਡ ਪਹਿਲਾਂ ਥੱਲੇ ਲਾ ਕੇ ਅਸੀਂ ਦੇਖ ਸਕਦੇ ਹਾਂ ਪੰਡ ਹੈ ਕਾਦੀ। ਇਹਦੇ ਪੰਡ ਦੇ ਵਿੱਚ ਜੀ ਬਹੁਤ ਸਾਰੇ ਵਾਅਦੇ ਆ ਜਿਹੜੇ ਕਾਂਗਰਸ ਸਰਕਾਰ ਨੇ ਆਪਣੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਦੀਆਂ ਵੋਟਾਂ ਲੈਣ ਦੇ ਲਈ ਕੀਤੇ ਸੀਗੇ। ਇਹ ਉਹਨਾਂ ਵਾਅਦਿਆਂ ਦੀ ਪੰਡ ਆ। ਇਹਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਪੇ ਕਮਿਸ਼ਨ, ਜਿਹੜਾ ਪ੍ਰੋਬੇਸ਼ਨ ਪੀਰੀਅਡ 3 ਸਾਲ ਕਰਤਾ ਉਹਨੂੰ 2 ਸਾਲ ਕਰਨ ਲਈ, ਪ੍ਰੋਬੇਸ਼ਨ ਪੀਰੀਅਡ ਦੇ ਦੌਰਾਨ ਨਿਗੂਣੀਆਂ ਤਨਖਾਹਾਂ ਲੈ ਰਹੇ 3 ਸਾਲ, ਉਹ ਪੂਰੀਆਂ ਤਨਖਾਹਾਂ ਦੇਣ ਦੇ ਲਈ ਡੀਏ ਦੇ ਏਰੀਅਰ ਦੇ 140 ਮਹੀਨਿਆਂ ਦਾ ਏਰੀਅਰ ਇਸ ਪੰਡ ਦੇ ਵਿੱਚ ਪਿਆ। ਸੋ ਇਹ ਪੰਡ ਇੰਨੀ ਕੁ ਜ਼ਿਆਦਾ ਭਾਰੀ ਹੋ ਗਈ ਹੈ ਜਿਹਨੂੰ ਅਸੀਂ ਸਿਰ ਤੇ ਚੱਕ ਰਹੇ ਹਾਂ। ਜਾ ਰਹੇ ਹਾਂ ਸਰਕਾਰ ਦੀ ਦਰਬਾਰੇ ਵੀ ਇਹ ਪੰਡ ਆ ਜਿਹੜੀ ਤੁਸੀਂ ਵਾਅਦਾ ਕੀਤਾ ਸੀ ਇਹਦੇ ਵਿੱਚੋਂ ਕੁਛ ਤੇ ਮੰਗਾਂ ਕੱਢ ਲਓ, ਉਹ ਤੇ ਪੂਰੀਆਂ ਕਰ ਦਿਓ। ਪਰ ਸਰਕਾਰ ਨੇ ਅਜੇ ਤੱਕ ਇੱਕ ਵੀ ਮੰਗ ਪੂਰੀ ਨਹੀਂ ਕੀਤੀ। ਉਲਟੀਆਂ ਇਹਨਾਂ ਮੰਗਾਂ ਦੇ ਵਿੱਚੋਂ ਕੱਢਦੇ ਜ਼ਰੂਰ ਆ, ਛੋਟੀਆਂ ਮੋਟੀਆਂ ਮੰਗਾਂ ਉਹ ਕੱਢ ਕੇ ਕਹਿੰਦੇ ਅਸੀਂ ਇਹ ਦੇਣੀਆਂ ਨਹੀਂ, ਅਸੀਂ ਖੋਹ ਲਈਆਂ। ਉਦਾਹਰਨ ਦੇ ਤੌਰ ਤੇ ਉਹਨਾਂ ਨੇ ਪੇ ਕਮਿਸ਼ਨ ਜਿਹੜਾ ਮੋਬਾਈਲ ਭੱਤਾ 300 ਰੁਪਈਆ, ਮਾਤਰ 300 ਰੁਪਈਆ ਮਿਲਦਾ। ਉਹ ਇੰਨਾ ਬੇੜਾ ਗਰਕ ਹੋ ਗਿਆ ਸਰਕਾਰ ਦਾ ਵੀ ਤੁਸੀਂ ਕੋਵਿਡ 'ਚ ਫਰੰਟ ਲਾਈਨ ਤੇ ਕੰਮ ਕੀਤਾ, ਅਸੀਂ ਤੁਹਾਨੂੰ ਇਨਾਮ ਦੇਣਾ ਚਾਹੁੰਦੇ ਹਾਂ। 300 ਰੁਪਈਆ ਖੋਹ ਕੇ ਐਡੀ ਬੇਸ਼ਰਮ ਸਰਕਾਰ ਹੋ ਗਈ ਹੈ। ਮਤਲਬ ਸਮਝ ਲਈ ਤੁਸੀਂ ਕੰਮ ਕੀਤਾ, ਇਨਾਮ ਮਿਲ ਗਿਆ, 300 ਰੁਪਇਆ ਵੀ ਤੁਹਾਡਾ ਖੋਹ ਲਿਆ ਮਹੀਨੇ ਵਾਲਾ। ਇਸ ਹਿਸਾਬ ਨਾਲ ਵਿਧਾਇਕਾਂ ਨੇ ਕੰਮ ਕੋਈ ਨਹੀਂ ਕੀਤਾ, ਉਹਨਾਂ ਦੇ 15,000 ਖੋਈ ਨਹੀਂ। ਮਤਲਬ ਬਿਲਕੁਲ ਇਹੀ ਗੱਲ ਤੇ ਆ ਰਿਹਾ ਸੀ ਕਿ ਕਹਿਣ ਨੂੰ ਆਪਾਂ ਕੀ ਕਹਿੰਦੇ, ਸਾਡਾ ਦੇਸ਼ ਲੋਕਤੰਤਰ ਆ ਔਰ ਵਰਲਡ ਦਾ ਸਭ ਤੋਂ ਵੱਡਾ ਲੋਕਤੰਤਰ ਆ। ਇਹ ਲੋਕਤੰਤਰ ਨਹੀਂ, ਇਹ ਨਿੱਜਤੰਤਰ ਆ, ਇਹ ਨਿੱਜਵਾਦ ਆ। ਉਹ ਕਿਵੇਂ ਦੇਖੋ, ਸਾਡਾ 300 ਰੁਪਇਆ ਖੋ ਕੇ ਤੁਸੀਂ ਕਹਿੰਦੇ ਘਰੋਂ ਈ ਆਫਿਸ ਤੇ ਕੰਮ ਕਰੋ, ਤੇ ਜੇ ਬ੍ਰੌਡਬੈਂਡ ਲੈਂਦੇ ਹੋ ਕਿਉਂਕਿ ਈ ਆਫਿਸ ਤੇ ਕੰਮ ਨਹੀਂ ਹੋ ਸਕਦਾ, ਘੱਟ ਤੋਂ ਘੱਟ ਟੈਕਸ ਪਾ ਕੇ 1100-1200 ਰੁਪਇਆ ਮਿਨੀਮਮ ਆ, ਤੇ ਅਨਲਿਮਟਿਡ 2,500-3,000 ਆ। ਤੁਸੀਂ ਸਾਨੂੰ 300 ਰੁਪਇਆ ਵੀ ਨਹੀਂ ਦੇਣਾ ਤੇ ਉਧਰ ਜਿਹੜਾ ਹੈਗਾ ਤੁਸੀਂ 15,000 ਰੁਪਇਆ ਕੀ ਲੈਣਾ। ਉਲਟਾ ਉਹਨਾਂ ਦੇ ਜਿਹੜੇ ਰੈਜ਼ੀਡੈਂਸ ਦੇ ਮੋਬਾਈਲ ਬਿੱਲ ਆ, ਉਹਨਾਂ ਦੇ ਦਫ਼ਤਰਾਂ ਦੇ ਮੋਬਾਈਲ ਬਿੱਲ ਆ, ਉਹ ਸਰਕਾਰੀ ਖਜ਼ਾਨੇ 'ਚ ਪੈ ਕਰੋ, ਤੇ ਉਹ 15,000 ਰੁਪਇਆ ਜਿਹੜਾ ਟੈਲੀਫੋਨ ਅਲਾਊਂਸ ਦੇ ਨਾਮ ਦਿੱਤਾ ਉਹਨਾਂ ਦੀ ਪੌਕਟਾਂ ਦੇ ਵਿੱਚ ਪਾਓ। ਕਿੱਡੀ ਇਹ ਕੀ ਨਿੱਜਵਾਦ ਨਹੀਂ, ਇਹਨੂੰ ਆਪਾਂ ਕੀ ਕਵਾਂਗੇ, ਨਾਜੀਵਾਦ ਨਹੀਂ, ਇਹਨੂੰ ਹਿਟਲਰਸ਼ਾਹੀ ਨਹੀਂ ਕਵਾਂਗੇ, ਕੀ ਇਹ ਡੈਮੋਕ੍ਰੇਸੀ ਆ? ਇਹ ਸ਼ਾਇਦ ਸਾਡੀ ਮੂਰਖਤਾ। ਤੁਹਾਨੂੰ ਲੱਗਦਾ ਹੈ ਕਿ ਹੁਣ ਪੰਜਾਬ ਸਰਕਾਰ ਦੇ ਅੱਗੇ ਪ੍ਰਾਈਵੇਟ ਲਿਮਿਟਿਡ ਲਾ ਦੇਣਾ ਚਾਹੀਦਾ?
ਮੈਨੂੰ ਲੱਗਦਾ ਇਸ ਤੋਂ ਵੀ ਉੱਪਰ ਦਾ ਕੋਈ ਵਰਡ ਹੋਣਾ ਚਾਹੀਦਾ। ਪ੍ਰਾਈਵੇਟ ਲਿਮਟਿਡ ਤੇ ਫਿਰ ਵੀ ਆਪਣੇ ਬੰਦਿਆਂ ਨੂੰ ਥੋੜਾ ਬਹੁਤ ਖੁਸ਼ ਕਰਦੇ ਆ ਕਿ ਪੈਸੇ ਲੈ ਕੰਮ ਕਰਾਉਣ ਦੇ ਲਈ। ਇਹ ਤਾਂ ਇੰਨਾ ਬੇੜਾ ਗਰਕ ਹੋ ਗਿਆ, ਸਾਰੀ ਰੇਤਾ ਖਾ ਗਏ, ਸਾਰੀ ਸ਼ਰਾਬ ਦਾ ਰੈਵਨਿਊ ਖਾ ਗਏ। ਕੱਚੇ ਮੁਲਾਜ਼ਮਾਂ ਨੂੰ ਜਿਹੜੇ ਆ ਵਿਚਾਰੇ ਪੱਕੇ ਨਹੀਂ ਕਰ ਰਹੇ ਔਰ ਉਹਨਾਂ ਨੂੰ ਨਿਗੂਣੀਆਂ ਤਨਖਾਹਾਂ 10-10 ਹਜ਼ਾਰ ਤੇ ਕੰਮ ਕਰੇ। ਪ੍ਰਾਈਵੇਟ ਲਿਮਟਿਡ 'ਚ ਫਿਰ ਵੀ 4 ਪੈਸੇ ਮਿਲਦੇ ਹੋਣਗੇ। ਇਹਨਾਂ ਦਾ ਤਾਂ ਬੇੜਾ ਗਰਕ ਹੋ ਗਿਆ। ਹੁਣ ਵੇਲਾ ਆ ਗਿਆ ਕਿ ਇਸ ਤੰਤਰ ਦਾ ਬਦਲਾਅ ਲਿਆਂਦਾ ਜਾਵੇ ਤਾਂ ਕਿ ਜਿਹੜਾ ਲੋਕਾਂ ਨੂੰ ਆਪਣੇ ਹੱਕ ਮਿਲ ਸਕਣ। ਇਹਦੇ ਲਈ ਸਾਡਾ ਇੱਕ ਪੋਲੀਟੀਕਲ ਵਿੰਗ ਬਣ ਚੁੱਕਿਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਸਬਕ ਸਿਖਾਏਗਾ। 50,000 ਵੋਟਾਂ ਦਾ ਉਲਟ ਫੇਰ ਜਿੱਦਣ ਹੋ ਗਿਆ ਉਦਣ ਇਹਨਾਂ ਨੂੰ ਸਮਝ ਆਊਗੀ ਕਿ ਇਹ ਕਿਹੜੀ ਕ੍ਰਾਂਤੀ ਨੂੰ ਆਵਾਜ਼ ਦੇ ਰਹੇ ਨੇ ਤੇ ਉਹ ਪੰਜਾਬ ਦੇ ਵਿੱਚ ਆਏਗੀ। ਉਹ ਮੁਲਾਜ਼ਮਾਂ ਲਈ ਨਹੀਂ, ਉਹ ਕਿਸਾਨਾਂ ਲਈ ਵੀ ਹੋਏਗੀ, ਉਹ ਆਮ ਸ਼ਹਿਰੀ ਲਈ ਵੀ ਹੋਏਗੀ, ਉਹ ਆਪ ਵਰਗੇ ਸਾਥੀਆਂ ਲਈ ਵੀ ਹੋਊਗੀ ਜਿਹੜਾ ਪੰਜਾਬ ਦਾ ਭਲਾ ਚਾਹੁੰਦੇ ਨੇ। ਸਿਰਫ 50,000 ਨਹੀਂ, 50,000 ਦਾ ਤੁਸੀਂ ਮੁਲਾਜ਼ਮਾਂ ਦੀ ਗਿਣਤੀ ਲਾਈ ਹੋਣੀ ਹੈ, ਪਰਿਵਾਰ ਨਾਲ ਹੋਣੇ ਆ ਹੋਰ 50 ਲੱਖ, ਸੌਰੀ ਜੀ 50 ਲੱਖ। ਅਸੀਂ ਟੋਟਲ 8 ਲੱਖ ਹਾਂ, 8 ਤੋਂ 9 ਲੱਖ ਦੇ ਵਿੱਚ ਤੇ ਮਲਟੀਪਲਾਈ ਕਰ ਲਓ 5 6 7 ਤੇ, ਕਿਉਂਕਿ ਜਿਹੜੇ ਸਾਡੇ ਰਿਟਾਇਰੀ ਸਾਥੀ ਉਹਨਾਂ ਦੀ 3-3 ਫੈਮਲੀਆਂ, 2-2 ਬੱਚੇ, 3-3 ਬੱਚੇ, ਉਹਨਾਂ ਦੀ ਅੱਡ ਫੈਮਲੀ ਆ। ਸੋ 50 ਲੱਖ ਦਾ ਵੋਟ ਬੈਂਕ ਆ ਸਾਡਾ, ਉਹਨਾਂ ਦੀ ਮੈਂ ਗੱਲ ਕਰ ਰਿਹਾ। ਮੈਮ ਤੁਸੀਂ ਵੀ ਲਿਖਿਆ ਸਾਡੀਆਂ ਮੰਗਾਂ ਪੂਰੀਆਂ ਕਰੋ ਤੇ ਅੱਛਾ ਤੁਸੀਂ ਰੋਜ਼ਾਨਾ ਆ ਰਹੇ ਹੋ ਆਫਿਸ? ਹਾਂਜੀ ਸਰ, ਜਿੱਦਾਂ ਰੋਟੇਸ਼ਨ ਹੁੰਦੀ ਅਸੀਂ ਆ ਰਹੇ ਹਾਂ। ਮਤਲਬ ਜੋ ਡਿਊਟੀਆਂ ਲੱਗੀਆਂ ਤੁਸੀਂ ਆ ਰਹੇ ਹੋ? ਹਾਂਜੀ। ਤੇ ਮੁੱਖ ਮੰਤਰੀ ਸਾਹਿਬ ਕਿੱਥੇ ਨੇ ਅੱਜ ਕੱਲ੍ਹ? ਜੀ ਉਹ ਤਾਂ ਕਿਤੇ ਗਏ ਹੋਣੇ ਆ ਠੰਡੀਆਂ ਵਾਦੀਆਂ 'ਚ, ਹੋਰ ਉਹਨਾਂ ਨੇ ਕਿੱਥੇ ਜਾਣਾ? ਉਹਨਾਂ ਤੋਂ ਉੱਥੋਂ ਜਵਾਨ ਤੋਂ ਸਿਵਾਏ ਉਹਨਾਂ ਕੋਲ ਹੈ ਹੀ ਨਹੀਂਗਾ। ਕਿਉਂਕਿ ਅਸੀਂ ਇੰਨੀਆਂ ਰੈਲੀਆਂ ਕਰ ਚੁੱਕੇ, ਇੰਨਾ ਰੌਲਾ ਪਾ ਚੁੱਕੇ, ਮੁੱਖ ਮੰਤਰੀ ਦੇ ਜਮਾਂ ਕੰਨ ਤੇ ਜੂੰ ਨਹੀਂ ਸਰਕੀ ਕਿ ਮੈਂ ਆਪਦੇ ਮੁਲਾਜ਼ਮਾਂ ਨੂੰ ਜਿਹੜੇ ਵਾਅਦੇ ਕੀਤੇ ਘਰ ਘਰ ਨੌਕਰੀ ਦੇਣੀ ਔਰ ਨੇਕਾਂ ਵਾਅਦੇ ਉਹਨਾਂ 'ਚੋਂ ਇੱਕ ਵੀ ਪੂਰਾ ਕਰ ਦੇਵਾਂ, ਪਰ ਨਾ ਉਹਨਾਂ ਨੇ ਉਹਨਾਂ ਚੀਜ਼ਾਂ ਵੱਲ ਨਹੀਂ। ਉਹਨਾਂ ਨੇ ਜਿਹੜੀਆਂ ਸਾਡੀਆਂ ਸਾਨੂੰ ਕੁਝ ਮਿਲਣੇ ਪੱਤੇ ਜਿਵੇਂ ਮੋਬਾਈਲ ਫੋਨ ਉਹ ਵੀ ਖੋਹ ਲਿਆ, ਮਤਲਬ ਕਿ ਹੋਰ ਖੋਣ ਦੀ ਤਿਆਰੀ 'ਚ ਤਾਂ ਤਿਆਰ ਬੈਠੇ ਆ। ਪਰ ਅਸੀਂ ਹੁਣ ਮੁਲਾਜ਼ਮ ਇਹ ਜਾਗ ਚੁੱਕੇ ਆ ਕਿ ਹਾਂ ਵੀ ਇਹੋ ਜੀ ਗੰਦੀ ਸਰਕਾਰ ਨੂੰ, ਜਿਵੇਂ ਆ ਪੰਡ ਬੰਨੀ ਹੋਈ ਆ ਨਾ, ਇਹਨੂੰ ਬੰਨੀ ਬਣਾਈ ਨੂੰ ਨਹਿਰਾਂ 'ਚ ਰੋੜਾਂਗੇ, ਇਹੋ ਜਿਹੀਆਂ ਗੰਢਾਂ ਦੇਵਾਂਗੇ ਕਿ ਜਿਹੜੀ ਇਹ ਸਰਕਾਰਾਂ ਮੁੜ ਕੇ ਨਾ ਆ ਸਕਣ। ਲੋ ਜੀ, ਸਿੱਧਾ ਮਤਲਬ ਜੋ ਮੁਲਾਜ਼ਮ ਜਥੇਬੰਦੀਆਂ ਦੇ ਵਿੱਚ ਜਾਂ ਮੁਲਾਜ਼ਮਾਂ ਦੇ ਵਿੱਚ ਕਿੰਨਾ ਕਰੂਸ਼ ਹੈਗਾ ਤੁਸੀਂ ਦੇਖ ਸਕਦੇ ਹੋ। ਸਰ ਤੁਸੀਂ ਹੁਣ ਭਾਰ ਭਾਜੀ ਦਾ ਘਟਾਤਾ, ਪਰ ਲੇਕਿਨ ਇਸ ਪੰਡ ਦਾ ਭਾਰ ਕਦੇ ਘਟ ਸਕੇਗਾ ਜਾਂ ਫਿਰ ਨਹੀਂ? ਇਹਨਾਂ ਦਾ ਭਾਰ ਤਾਂ ਘਟਾਇਆ ਸਾਡੇ ਛੋਟੇ ਭਰਾ ਨੇ। ਸਾਡਾ ਫਰਜ਼ ਬਣਦਾ, ਤੁਸੀਂ ਛੋਟੇ ਭਰਾ ਦੇ ਇੰਨਾ ਭਾਰ ਪਾਇਆ ਸੀ ਵਿਚਾਰੇ, ਹੋਰ ਥੋੜੇ ਸਾਡਾ ਫਰਜ਼ ਬਣਦਾ ਕਿ ਅਸੀਂ ਭਾਰ ਵੰਡ ਕੇ ਚੱਲੀਏ। ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਡਿਊਟੀ ਪਿਛਲੇ ਲੰਮੇ ਸਮੇਂ ਤੋਂ ਮੁਲਾਜ਼ਮ ਵਰਗ ਦੀਆਂ ਸਾਂਝੀਆਂ ਮੰਗਾਂ ਬਾਰੇ ਕੰਮ ਕਰ ਰਿਹਾ, ਜਿਹਦੇ ਵਿੱਚ ਸਮਾਜ ਸੇਵਾ ਵੀ ਸ਼ਾਮਲ ਆ। ਪਰੰਤੂ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਸਮਾਜ ਸੇਵਾ ਨੂੰ ਕੀ ਵੇਖਣਾ ਸੀ। ਇਸ ਵੇਲੇ ਤੁਹਾਨੂੰ ਇੱਕ ਉਦਾਹਰਨ ਦਿੰਦਾ ਕਿ ਕਰੋਨਾ ਦੇ ਕਾਰਨ ਸਰਕਾਰੀ ਬਿਲਡਿੰਗਾਂ ਨੂੰ ਅਸੀਂ ਖੁਦ ਆਪਣੇ ਤੌਰ ਤੇ ਸੈਨੀਟਾਈਜ਼ ਕੀਤਾ ਕਿ ਕਰਮਚਾਰੀ ਸੁਰੱਖਿਅਤ ਬੈਠ ਸਕਣ। ਅਗਲੀ ਗੱਲ ਜਿਹੜੀ ਵਾਅਦੇ ਦੀ ਗੱਲ ਆ, ਫਰਵਰੀ 2017 ਦੇ ਵਿੱਚ ਪੰਜਾਬ ਸਰਕਾਰ ਨੇ ਲਿਖਤੀ ਵਾਅਦਾ ਕੀਤਾ, ਆਪਣਾ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਕਿ ਅਸੀਂ ਕਰਮਚਾਰੀਆਂ ਨੂੰ ਆਉਂਦੀ ਤਨਖਾਹ ਕਮਿਸ਼ਨ ਦੇਵਾਂਗੇ, ਕੱਚੇ ਮੁਲਾਜ਼ਮ ਤੇ ਆਊਟਸੋਰਸ ਪੱਕੇ ਕਰਾਂਗੇ ਤੇ ਬਾਕੀ ਮੰਗਾਂ ਪ੍ਰਵਾਨ ਛੇਤੀ ਕਰ ਲਾਂਗੇ ਪਹਿਲੇ ਸੈਸ਼ਨ ਦੇ ਵਿੱਚ। ਪਰੰਤੂ 17 ਬੀਤ ਗਿਆ, 18 ਬੀਤ ਗਿਆ, 19 ਬੀਤ ਗਿਆ। 19 ਦੇ ਵਿੱਚ ਅਸੀਂ ਨੇ ਸੰਘਰਸ਼ ਕੀਤਾ। ਮਨਪ੍ਰੀਤ ਬਾਦਲ ਜੀ ਵਾਅਦਾ ਕੀਤਾ ਕਿ ਤੁਸੀਂ ਡੀਏ ਦੀ ਕਿਸ਼ਤ ਇੱਕ ਲੈ ਲਓ, ਉਹ ਵੀ ਤੁੱਛ ਜਿਹੀ 3%। ਪਰੰਤੂ ਦਸੰਬਰ 2019 ਤੱਕ ਪੇ ਕਮਿਸ਼ਨ ਜਾਰੀ ਕਰ ਦਿਆਂਗੇ, ਬਾਕੀ ਮੰਗਾਂ ਮੰਨ ਲਾਂਗੇ। 2019 ਗੁਜ਼ਰ ਗਿਆ, ਫਿਰ ਵਿਧਾਨ ਸਭਾ ਦਾ ਸੈਸ਼ਨ ਆਇਆ 2020 ਦੇ ਵਿੱਚ, ਫਰਵਰੀ ਦੇ ਵਿੱਚ। ਉਹਦੇ ਵਿੱਚ ਕਿਹਾ ਕਿ ਅਸੀਂ ਸਮਰੱਥ ਹੋ ਗਏ ਹਾਂ ਕਿ ਸਾਡੇ ਕੋਲੇ ਆਰਥਿਕ ਤੌਰ ਤੇ ਹਾਲਾਤ ਠੀਕ ਹੋ ਗਏ, ਅਸੀਂ ਮੁਲਾਜ਼ਮ ਮੰਗਾਂ ਲਾਗੂ ਕਰਨ ਵਾਸਤੇ ਹੁਣ ਇਸ ਵੇਲੇ ਪੂਰੇ ਮਤਲਬ ਸਮਰੱਥ ਹਾਂ। ਪਰੰਤੂ ਇੱਕ ਮੰਗ ਨਹੀਂ ਮੰਨੀ ਗਈ, ਉਹਦੇ ਵਿੱਚ ਪੈਨਸ਼ਨਰ, ਕੱਚੇ ਮੁਲਾਜ਼ਮ, ਪੁਰਾਣੀ ਪੈਨਸ਼ਨ ਤੇ ਪ੍ਰਵੇਸ਼ਨ ਪੀੜ, ਜਿਹੜਾ ਕਿ ਬਹੁਤ ਦੁਖਦਾਈ ਚੀਜ਼ ਆ। ਅੱਜ ਇਹ ਕਰਮਚਾਰੀ 5 ਸਾਲ ਜਾਂ 3 ਸਾਲ ਪ੍ਰਵੇਸ਼ਨ ਤੇ ਕੰਮ ਕਰ ਰਹੇ। ਤੁਸੀਂ ਗੌਰ ਨਾਲ ਸੁਣਿਆ ਸੀ ਬਾਦਲ ਸਾਹਿਬ ਨੇ, ਮਨਪ੍ਰੀਤ ਬਾਦਲ ਨੇ ਕਿਹਾ ਸੀ ਅਸੀਂ ਸਮਰੱਥ ਹੈਗੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਨੂੰ। ਉਹਨੇ ਇਹ ਕਿਹਾ, ਮਾਨਯੋਗ ਵਿਧਾਇਕ ਸਾਹਿਬਾਨ ਤੁਸੀਂ 3 ਸਾਲ ਸੰਕਟ ਦੀ ਘੜੀ ਕੱਟੀ ਆ, ਮੇਰਾ ਸਾਥ ਦਿੱਤਾ, ਅਸੀਂ ਹੁਣ ਪੈਰਾਂ ਸਿਰ ਹੋ ਗਏ, ਆਪਾਂ ਪੰਜਾਬ ਨੂੰ ਉਵੇਂ ਹੀ ਚਲਾਵਾਂਗੇ ਜਿਵੇਂ ਮੈਂ ਚਲਾਉਣਾ ਚਾਹੁੰਦਾ। ਉਹ ਕਿਆ ਵਿਧਾਇਕਾਂ ਦੀ ਗੱਲ ਕਰ ਰਹੇ ਹੋਣੇ ਉਹ, ਤੁਸੀਂ ਗਲਤ ਸੁਣਿਆ ਹੋਣਾ। ਗਲਤ ਨਹੀਂ ਸੁਣਿਆ ਜੀ, ਉੱਥੇ ਖੜਾ ਮੀਡੀਆ ਵੀ ਉੱਥੇ ਹੀ ਹੁੰਦਾ, ਇਹ ਰਿਕਾਰਡਿੰਗ ਦੇ ਵਿੱਚ ਆ। ਉਸ ਤੋਂ ਬਾਅਦ ਮੁਲਾਜ਼ਮਾਂ ਬਾਰੇ ਨਹੀਂ, ਵਿਧਾਇਕਾਂ ਬਾਰੇ ਕਿਹਾ ਹੋਣਾ ਵੀ ਅਸੀਂ ਹੁਣ ਕਰਾਂਗੇ ਚੰਗੀ ਤਰ੍ਹਾਂ। ਹਾਂ, ਉਹ ਕਰ ਰਹੇ ਨੇ ਜੀ। ਉਹ ਇੱਕ ਵਿਧਾਇਕ 5-5 ਪੈਨਸ਼ਨ ਲੈ ਕਰ ਰਹੇ ਨੇ, ਉਹਨਾਂ ਦੀ ਵੀਡੀਓ ਆਈ ਆ ਕਿ 5 ਪੈਨਸ਼ਨ ਬਾਰੇ ਕੀ ਵਿਚਾਰ ਆ। ਕਹਿੰਦਾ ਮੈਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਕਿਉਂਕਿ 5 ਪੈਨਸ਼ਨ ਆਪ ਲੈਂਦਾ, ਉਹਦਾ ਤਾਇਆ 7 ਲੈਂਦਾ। ਤੇ ਉਹ ਅੱਜ ਕੱਲ੍ਹ ਮਤਲਬ ਪਤਾ ਨਹੀਂ ਕੀ ਗੱਲਬਾਤ ਆ, ਅੰਦਰੋਂ ਕੀ ਘਿਓ ਜਿਹੜੀ ਆ। ਸੋ ਮਤਲਬ ਮੁਲਾਜ਼ਮ ਵਰਗ, ਪੈਨਸ਼ਨ ਵਰਗ, ਪੈਨਸ਼ਨ ਪਰਿਵਾਰ, ਕੱਚੇ ਕਰਮਚਾਰੀ ਸਭ ਤੋਂ ਵੱਧ ਸਰਕਾਰ ਦੁਖੀ ਨੇ। ਅੱਜ ਹਰਿਆਣਾ ਗਵਰਨਮੈਂਟ ਨੇ ਕੋਵਿਡ-19 ਚ ਡਿਊਟੀ ਕਰਦੇ ਕਰਮਚਾਰੀਆਂ ਦੀ ਇਸ ਸਪੀਡ ਦੀ ਤਨਖਾਹ ਦੁੱਗਣੀ ਕੀਤੀ ਆ, ਸਾਡੇ ਵਾਲੇ ਨੇ ਕਟੌਤੀ ਕੀਤੀ ਆ। ਸੋ ਜਿਹੜੀ ਕਿ ਬਹੁਤ ਮਤਲਬ ਮਾੜੀ ਗੱਲ ਆ। ਅੱਜ ਅਸੀਂ ਕੀ ਕਰ ਰਹੇ ਹਾਂ, IAS ਅਫਸਰ, PCS ਅਫਸਰ, IPS ਅਫਸਰ, IAS ਅਫਸਰ, ਸਾਰੇ ਮੁੱਖ ਮੰਤਰੀ ਤੋਂ ਲੈ ਕੇ ਉਹਨਾਂ ਦੇ ਵੀਡੀਓ ਸਲਾਹਕਾਰ ਮੰਤਰੀ
ਪੂਰੀਆਂ ਤਨਖਾਹਾਂ ਲੈ ਰਹੇ ਨੇ, ਪੂਰੇ ਪੁਰਾਣੇ ਕਮਿਸ਼ਨ ਨਾਲ ਨਵੇਂ ਕਮਿਸ਼ਨ ਨਾਲ ਆਪਣੀ ਰਿਵੀਜ਼ਨ ਲੈ ਰਹੇ ਨੇ। ਇੱਕ ਪੰਜਾਬ ਦੇ ਕਰਮਚਾਰੀ ਨੇ ਜਿਹੜੇ ਹੋਰਨਾਂ ਰਾਜਾਂ ਨਾਲੋਂ 45% ਘੱਟ ਤਨਖਾਹ ਲੈ ਰਹੇ ਨੇ। 4 ਡੀਏ ਦੀਆਂ ਕਿਸ਼ਤਾਂ ਹੋ ਗਈਆਂ ਆ ਜੁਲਾਈ ਤੋਂ, ਤੇ ਨਾਲ ਡੀਏ ਦੇ ਬਕਾਇਆ ਹੋ ਗਿਆ। ਤੇ ਜਿਹੜਾ ਪੇ ਕਮਿਸ਼ਨ 1/1/16 ਨੂੰ ਮਤਲਬ ਰਿਵੀਜ਼ਨ ਹੋਣੀ ਸੀ, ਉਹ 1/1/20 ਨੂੰ ਵੀ ਨਹੀਂ ਹੋਇਆ। ਹੁਣ ਸਾਨੂੰ ਲੱਗਦਾ 1/1/21 ਨੂੰ ਵੀ ਨਹੀਂ ਹੋਣਾ, ਕਿਉਂਕਿ ਜਿਹੜਾ 22 ਦੇ ਵਿੱਚ ਮੈਨੀਫੈਸਟੋ ਛਪਣਾ, ਉਹ 'ਚ ਇੱਕ ਪੇ ਛਪਣਾ, ਮੁਲਾਜ਼ਮ ਮੰਗਾਂ ਮੰਨੀਆਂ ਜਾਣਗੀਆਂ। ਉਹ ਬਾਅਦ ਲਾਲੀਪਾਪ ਦਿੱਤਾ ਜਾਣਾ ਦੁਬਾਰਾ। ਬਿਲਕੁਲ ਸਾਰਾ ਬਾਅਦ ਦੀ ਪੰਡ ਉਹੀ ਆ, ਤੇ ਪੰਡ ਤੋਂ ਮੁਲਾਜ਼ਮ ਵਰਗ ਬਹੁਤ ਪਰੇਸ਼ਾਨ ਆ। ਆਉਣ ਵਾਲੇ ਸਮੇਂ ਜਿਵੇਂ ਖਹਿਰਾ ਸਾਹਿਬ ਨੇ ਕਿਹਾ, ਸਿਆਸੀ ਵਿੰਗ ਸਾਡਾ ਇਹ ਤੇ ਬਹੁਤ ਕੰਮ ਕਰ ਰਿਹਾ ਗ੍ਰਾਸ ਰੂਟ ਤੇ ਕਰਮਚਾਰੀ ਇਹਨਾਂ ਦੀ ਹੁਣ ਮਤਲਬ ਮਿੱਠੀਆਂ ਗੋਲੇ 'ਚ ਨਵੀਂ ਪੈਨਸ਼ਨ ਸਕੀਮ 2004 ਚ ਹੋਈ ਸੀ ਕਦੋਂ? 2004 ਜਨਵਰੀ 2004 ਤੋਂ ਬਾਅਦ ਭਰਤੀ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਬੰਦ। 2004 ਤੋਂ ਬਾਅਦ ਦੇ ਵਾਲੇ ਭਰਤੀ ਹੈਗੇ ਇੱਥੇ ਕੋਈ ਖੜਾ ਹੈ? ਹਾਂ, ਬਹੁਤ ਕਰਮਚਾਰੀ ਨੇ ਜੀ। ਕੌਣ ਭਾਜੀ? ਆਹ ਮੁੰਡੇ ਸਾਰੇ ਨਵੇਂ ਨੇ ਜੀ। ਭਾਜੀ ਤੁਹਾਨੂੰ ਤੁਹਾਡੇ ਕੋਲੋਂ ਕੰਮ ਕੋਈ ਕੱਟ ਲਿਆ ਜਾਂਦਾ ਹੈ? ਨਹੀਂ ਜੀ, ਕੰਮ ਤਾਂ ਪਹਿਲਾਂ ਨਾਲ ਜ਼ਿਆਦਾ ਦੁੱਗਣਾ ਕੰਮ ਹੈ ਜੀ। ਸਾਨੂੰ 2-3 ਸੀਟਾਂ ਚਾਰਜ ਦਿੱਤਾ ਪਿਆ। ਕੰਮ ਦਾ ਕੋਈ ਦਫ਼ਤਰ ਆਉਣ ਦਾ ਸਮਾਂ, ਦਫ਼ਤਰ ਤੋਂ ਘਰ ਜਾਣ ਦਾ ਕੋਈ ਸਮਾਂ ਨਹੀਂ। ਮੈਂ ਖੁਦ ਇੱਕ ਇਹੋ ਜਿਹੀ ਦਫ਼ਤਰ ਦੇ ਵਿੱਚ ਕੰਮ ਕਰਦਾ ਜਿੱਥੇ ਮੈਂ ਰਾਤੀ 2-2 ਵਜੇ ਵੀ ਪਿੱਛੇ 6 ਮਹੀਨੇ ਤੋਂ ਘਰ ਗਿਆ, ਤੇ ਅੱਜ ਪੈਨਸ਼ਨ ਨਾਮ ਲੈ ਤਾਂ ਐਮਐਲਏ ਐਮਪੀ ਮੋਝਾਂ ਮਾਰ ਕੇ ਕਹਿਣ ਨੂੰ ਤਾਂ ਸਰਕਾਰ ਮਤਲਬ ਕਿ ਕੈਪਟਨ ਸਾਹਿਬ ਚਲਾ ਰਹੇ ਨੇ, ਤੁਸੀਂ ਕਹਿੰਦੇ ਤੁਸੀਂ 2-2 ਵਜੇ ਤੱਕ ਕੰਮ ਕੀਤਾ ਹੈ। ਕੈਪਟਨ ਸਾਹਿਬ ਤਾਂ ਫਾਰਮ ਹਾਊਸ ਬਹਿ ਕੇ ਸਰਕਾਰ ਚਲਾ ਰਹੇ ਹੋਣੇ, ਆਪਾਂ ਦਫ਼ਤਰ 'ਚ ਬਹਿ ਕੇ ਸਰਕਾਰ ਚਲਾ ਰਹੇ ਹਾਂ, ਜਿੱਥੋਂ ਐਕਚੁਅਲੀ ਚੱਲ ਰਹੀਆਂ ਸਰਕਾਰਾਂ। ਤੇ ਫਾਰਮ ਹਾਊਸ ਬਹਿ ਕੇ ਸਰਕਾਰਾਂ ਚੱਲਣੀਆਂ ਕਿ ਦਫ਼ਤਰਾਂ ਸਰਕਾਰ ਚੱਲ। ਤੁਹਾਨੂੰ ਲੱਗਦਾ ਹੈ ਕਿ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਸੀ ਜੋ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਮੁਲਾਜ਼ਮ ਜਥੇਬੰਦੀਆਂ ਵੱਲੋਂ, ਪੂਰੀ ਹੋਣੀ ਚਾਹੀਦੀ ਹੈ? ਕਿਉਂਕਿ ਤੁਸੀਂ ਜੇ ਰਾਤ ਨੂੰ 2-2 ਵਜੇ ਤੱਕ ਕੰਮ ਕਰ ਰਹੇ ਹੋ, ਤੁਹਾਡਾ ਫਰਜ਼ ਬਣਦਾ ਹੈ। ਵਿਧਾਇਕ ਮੇਰੇ ਖਿਆਲ ਜਿਹੜੇ 6-6 ਪੈਨਸ਼ਨ ਲੈ ਰਹੇ ਨੇ, ਉਹਨਾਂ ਨਾਲੋਂ ਤਾਂ ਤੁਸੀਂ ਜ਼ਿਆਦਾ ਕੰਮ ਕਰ ਰਹੇ ਹੋਣੇ ਹੋ। ਮੈਨੂੰ ਤਾਂ ਇਹੀ ਲੱਗਦਾ ਕਿ ਮੈਂ ਆਪਾਂ ਨਾਲ ਜਾ ਕੰਮ ਕਰ ਰਿਹਾ। ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ। ਦਸੰਬਰ 2019 ਵਿੱਚ ਮਨਪ੍ਰੀਤ ਬਾਦਲ ਸਾਹਿਬ ਨੇ ਜਦ ਇਲੈਕਸ਼ਨ ਲੜਨੇ ਸੀ ਤਾਂ ਇਹ ਸਾਡੇ ਇੱਕ ਸਾਥੀ ਸਰਦਾਰ ਸੁਖਜੀਤ ਸਿੰਘ ਦੇ ਘਰ ਆਏ ਸੀਗੇ। ਉਹਨਾਂ ਨੇ ਘਰ ਬਠਿੰਡੇ ਤੋਂ ਘਰ ਚੱਲ ਕੇ ਜਲੰਧਰ ਦੇ ਘਰ ਗਏ ਤੇ ਉਹਦੇ ਘਰ ਜਾ ਕੇ ਵਾਅਦਾ ਕੀਤਾ ਸੀ। ਉਹ ਪੁਰਾਣੀ ਪੈਨਸ਼ਨ ਦਾ ਇੱਕ ਲੜਾਈ ਲੜ ਰਹੇ ਨੇ ਸਾਡੇ ਸਰਦਾਰ ਸੁਖਜੀਤ ਸਿੰਘ ਜੀ। ਉਹਨਾਂ ਨੇ ਉਹ ਘਰ ਜਾ ਕੇ ਪ੍ਰੋਮਿਸ ਕੀਤਾ ਕਿ ਜਿੱਦਾਂ ਹੀ ਆਪਾਂ ਇਲੈਕਸ਼ਨ 'ਚ ਆਵਾਂਗੇ ਤੇ ਆਪਾਂ ਪਾਰਟੀ 'ਚ ਜਿੱਤ ਕੇ ਆਵਾਂਗੇ, ਤੁਹਾਨੂੰ ਤੁਹਾਡੀ ਮੰਗ ਨੂੰ ਮੰਨ ਕੇ ਤੁਹਾਨੂੰ ਪਿਓਰਟੀ ਤੁਹਾਡੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਏਗੀ। ਔਰ ਮੇਰੀ ਜੋ ਸੋਚ ਸਮਝ ਇਹ ਹੈ ਕਿ ਅੱਜ ਪੁਰਾਣੀ ਪੈਨਸ਼ਨ ਜਾ ਕੇ ਲਾਗੂ ਕਰਦੇ ਸਰਕਾਰ ਦਾ ਖਜ਼ਾਨਾ ਵੀ ਭਰ ਸਕਦਾ ਹੈ। ਜੋ ਆਪਣੀ ਸਾਡੀ ਰਫ ਜੀ ਕੈਲਕੂਲੇਸ਼ਨ ਹੈ ਤਾਂ ਸਰਕਾਰ ਕੋਲ ਕਰੋੜਾਂ ਰੁਪਏ ਆ ਸਕਦਾ, ਸਰਕਾਰ ਦੀ ਮੰਦੀ ਵੀ ਦੂਰ ਹੋ ਸਕਦੀ ਹੈ। ਪਰ ਸਰਕਾਰਾਂ ਦੀ ਪਤਾ ਨਹੀਂ ਕੀ ਪਾਲਿਸੀ ਹੈ ਤੇ ਕੀ ਉੱਚ ਘਰਾਣਿਆਂ ਨਾਲ ਸਰਕਾਰ ਦੀ ਸਾਂਠਗਾਂਠ ਹੈ ਜਿਹੜੀ ਸਾਨੂੰ ਪੁਰਾਣੀ ਪੈਨਸ਼ਨ ਨਹੀਂ ਦੇ ਰਹੀ ਸਰਕਾਰ। ਔਰ ਸਾਡੀ ਅੱਜ ਦੀ ਡੇਟ ਤੋਂ ਮੈਂ ਇੱਕ ਸਾਨੂੰ ਲੇਟੈਸਟ ਐਗਜ਼ਾਮਪਲ ਦਿੰਦਾ। ਮੇਰੇ ਦਫ਼ਤਰ ਦਾ ਖੁਦ ਦਾ ਇੱਕ ਸਾਥੀ ਪਿਛਲੇ 4 ਮਹੀਨੇ ਪਹਿਲੇ ਡੈਥ ਹੋਈ ਉਹਦੀ। ਅੱਜ ਦੀ ਡੇਟ ਤੱਕ ਉਹਨੂੰ ਕੋਈ ਪੈਨਸ਼ਨ ਨਹੀਂ ਮਿਲੀ, ਕੋਈ ਪੈਸਾ ਨਹੀਂ ਮਿਲਿਆ, ਤੇ ਉਹਦੇ ਘਰ ਦੀ ਹਾਲਤ ਕੀ ਹੋ ਗਈ ਤੁਸੀਂ ਮੇਰੇ ਨਾਲ ਵੱਧ ਜਾਣਦੇ। ਜਿਹਦੇ ਘਰ ਦੀ ਮੰਥਲੀ ਇਨਕਮ ਰੁਕ ਜਾਵੇ ਤੇ ਪੈਨਸ਼ਨ ਨਾ ਮਿਲੇ ਤਾਂ ਕੀ ਵਿਕਦੇ ਉਸ ਘਰ ਦੇ, ਤਾਂ ਮੈਂ ਮੇਰੇ ਨਾਲ ਆਪਦੀ ਤੁਸੀਂ ਜਾਣਦੇ ਹੋਣੇ ਜੀ। ਬਿਲਕੁਲ। ਤੇ ਇਹ ਜਿਹੜੀ ਪੰਡ ਸਰ ਅਸੀਂ ਥੱਲੇ ਰੱਖ ਸਕਦੇ ਹਾਂ ਪੰਡ ਨੂੰ ਥੋੜ੍ਹਾ ਜਿਹਾ? ਤੁਹਾਡਾ ਭਾਰ ਸਰਕਾਰ ਹਲਕਾ ਕਰੇ ਨਾ ਕਰੇ, ਅਸੀਂ ਹਲਕਾ ਕਰਾ ਦਈਏ ਥੋੜ੍ਹਾ ਜਿਹਾ। ਤੇ ਅੱਛਾ, ਕਿੰਨੇ ਕੁ ਸਾਲਾਂ ਤੋਂ ਇਹ ਪੰਡ ਸਿਰਫ ਭਰਦੀ ਪਈ ਹੈ, ਖਾਲੀ ਨਹੀਂ ਹੋ ਰਹੀ ਆ, ਕੰਮ ਨਹੀਂ ਹੋ ਰਹੇ? ਸਾਰਾ ਪੀੜ ਕਾਂਗਰਸ ਸਰਕਾਰ ਦਾ ਜੀ। ਜਦੋਂ ਦੀ ਕੈਪਟਨ ਸਰਕਾਰ ਆਈ ਆ ਉਹਦੀ ਭਰ ਰਹੀ ਆ। ਉਦੋਂ ਪਹਿਲਾਂ ਬਾਦਲ ਸਰਕਾਰ ਵੀ ਛੱਡ ਗਈ ਸੀ, ਕਿਉਂਕਿ ਅਸੀਂ ਬਾਦਲ ਸਰਕਾਰ ਦੁਖੀ ਹੋ ਕੇ ਇੱਧਰ ਵੋਟਾਂ ਪਾਈਆਂ ਸੀ, ਇੱਧਰ ਹੋਰ ਦੁਖੀ ਹੋ ਗਏ। ਸੋ ਇਹ ਪੰਡ ਮਤਲਬ ਰੋਜ਼ ਭਾਰੀ ਹੁੰਦੀ ਆ, ਇਹ 'ਚੋਂ ਕਾਗਜ਼ ਕੱਢਦੇ ਨਹੀਂ ਹਨ, ਇੱਕ ਦੇ 'ਚ ਪਾ ਦਿੰਦੇ ਨੇ, ਰੋਜ਼ ਨਵੀਂ ਮੰਗ ਕ੍ਰੀਏਟ ਹੁੰਦੀ ਆ। ਇਸ ਲਈ ਮੁਲਾਜ਼ਮ ਬਹੁਤ ਦੁਖੀ ਨੇ ਇਸ ਵੇਲੇ। ਖਹਿਰਾ ਸਾਹਿਬ ਤੁਸੀਂ ਦੂਰ ਚਲੇ ਗਏ, ਨੇੜੇ ਆਜੋ ਪੰਡ ਦੇ, ਤੁਹਾਡੀ ਪੰਡ ਹੈ ਸਰਕਾਰਾਂ ਦੀ ਜਿਹੜੀ ਤੁਹਾਨੂੰ ਪਕੜਾ ਕੇ ਗਈ ਹੈ। ਅੱਛਾ, ਸਰ ਨੇ ਕਿਹਾ ਜੀ ਦੁਖੀ ਹੋ ਗਏ ਅਸੀਂ ਅਕਾਲੀ ਦਲ ਤੋਂ ਹਟ ਕੇ ਕਾਂਗਰਸ ਨੂੰ ਵੋਟਾਂ ਪਾਈਆਂ। ਤੁਸੀਂ ਕਹਿ ਰਹੇ ਹੋ ਇੱਕ ਸਿਆਸੀ ਧਿਰ ਨਵਾਂ ਸ਼ੁਰੂ ਹੋ ਰਿਹਾ ਹੈ, ਜਾਂ ਹੋਰ ਸਿਆਸੀ ਪਾਰਟੀਆਂ ਵੀ ਨੇ ਜਿਵੇਂ ਹੁਣ ਟਕਸਾਲੀ ਨੇ ਉਹ, ਜਾਂ ਫਿਰ ਇੱਕ ਨਵੀਂ ਪਾਰਟੀ ਸ਼ੇਰੇ ਪੰਜਾਬ ਵਿਕਾਸ ਪਾਰਟੀ ਕੈਪਟਨ ਚਰਨ ਸਿੰਘ ਸਿੱਧੂ ਹੁਣਾਂ ਨੇ ਖੜੀ ਕੀਤੀ ਹੈ, ਸ਼ੁਰੂ ਲਾਂਚ ਕੀਤੀ ਹੈ। ਤੇ ਤੁਹਾਨੂੰ ਲੱਗਦਾ ਹੈ ਕਿ ਹੁਣ ਤੀਜੀ ਧਿਰ ਜਿਹੜੀ ਹੈਗੀ ਹੈ ਪਹਿਲਾਂ ਮੁਕੰਮਲ ਤੌਰ ਤੇ ਨਹੀਂ ਬਣ ਸਕੀ 2017 ਦੇ ਵਿੱਚ, ਹੁਣ ਲੋੜ ਹੈਗੀ ਹੈ ਤੇ ਬਣਨੀ ਚਾਹੀਦੀ ਹੈ? ਬਿਲਕੁਲ ਜੀ, ਕੋਈ ਵੀ ਤੀਜੀ ਧਿਰ ਬਣੇ ਉਹਨੂੰ 2 ਧਿਰਾਂ ਦਾ ਸਮਰਥਨ ਚਾਹੀਦਾ। ਉਹਨੇ 'ਚ ਇੱਕ ਮੁਲਾਜ਼ਮ ਤੇ ਇੱਕ ਕਿਸਾਨ। ਵੈਸੇ ਤਾਂ ਸਾਰੀਆਂ ਧਿਰਾਂ ਜ਼ਰੂਰੀ ਹੈ, ਪਰ ਇਹ ਬਹੁਤ ਵੱਡੀ ਗਿਣਤੀ 'ਚ। ਜੇ ਅਸੀਂ 9 ਲੱਖ ਦੇ ਕਰੀਬ ਆ ਤੇ ਸਾਡਾ ਵੋਟ ਬੈਂਕ 50 ਲੱਖ ਆ, ਇਸ ਤਰ੍ਹਾਂ ਕਿਸਾਨਾਂ ਦਾ ਵੋਟ ਬੈਂਕ ਬਹੁਤ ਆ। ਜੇ ਬੜੇ ਡਾਟੇ ਦੇ ਉੱਤੇ ਜਾਇਆ ਜਾਵੇ, 1,57,00,000 ਵੋਟ ਜਿਹੜੀ ਆ ਪੋਲ ਹੋਈ ਆ ਪਿਛਲੀ ਵਾਰੀ, ਉਹਦੇ ਵਿੱਚੋਂ ਜੇ 50 ਲੱਖ ਵੋਟ ਮੁਲਾਜ਼ਮਾਂ ਦੀ ਆ ਤੇ ਤੁਸੀਂ ਲਾ ਲਓ 1/3 ਹੋ ਗਈ। ਤੇ ਜੇ ਕਿਸਾਨਾਂ ਨੂੰ ਨਾਲ ਲੈ ਲਿਆ ਜਾਵੇ ਤੇ ਜੇ 2 ਧਿਰਾਂ ਕਿਸੇ ਵੱਲ ਚਲੇ ਜਾਣ, ਉਹ ਪੰਜਾਬ ਦੇ ਵਿੱਚ ਸਰਕਾਰ ਬਣਾ ਜੂਗਾ। ਥਰਡ ਫਰੰਟ ਨੂੰ ਲੋੜ ਪਏਗੀ ਸਾਡੀ, ਕਿਉਂਕਿ ਇਹਨਾਂ ਦੋਨਾਂ ਨੂੰ ਤਾਂ ਹਰ ਇੱਕ ਨੇ ਅਜਮਾ ਲਿਆ। ਸਾਡਾ ਪੋਲੀਟੀਕਲ ਵਿੰਗ ਕੀ ਫੈਸਲਾ ਲੈਂਦਾ ਉਹ ਉਹਦੇ ਤੇ ਦੇਖਾਂਗੇ। ਜੇ ਕੋਈ ਸਾਨੂੰ ਲੱਗਿਆ ਕਿ ਉਹ ਦਿਲੋਂ ਸਾਡੀ ਚਾਹਤ ਕਰਦਾ ਵੀ ਇਹਨਾਂ ਦੀਆਂ ਮੰਗਾਂ ਜਾਇਜ਼ ਨੇ, ਇਹ ਜਿਹੜਾ ਵਰਗ ਆ ਇਹ ਅਣਗਹਿਲਿਆ ਕੀਤਾ ਹੋਇਆ, ਤਾਂ ਉਸ ਪਾਰਟੀ ਨਾਲ ਸਾਡਾ ਪੋਲੀਟੀਕਲ ਵਿੰਗ ਜੁੜੇਗਾ। ਤੇ ਜੇਕਰ ਉਹ ਕਹਿਣਗੇ ਵੀ ਅਸੀਂ ਇਹਨਾਂ ਨੂੰ ਵੋਟਾਂ ਪਾਓ, ਅਸੀਂ ਪਾਵਾਂਗੇ। ਤੇ ਜੇ ਸਾਡੇ ਪੋਲੀਟੀਕਲ ਵਿੰਗ ਦੇ ਸਾਥੀਆਂ ਨੂੰ ਕੋਈ ਪਾਰਟੀ ਰੀਪ੍ਰਜੈਂਟੇਸ਼ਨ ਦਿੰਦੀ ਆ, ਇਲੈਕਸ਼ਨ ਦੇ ਵਿੱਚ ਖੜੇ ਕਰਦੀ ਆ, ਇਹ ਸਾਡੇ ਪੋਲੀਟੀਕਲ ਵਿੰਗ ਦੀ ਮੇਨ ਉਹ ਆ ਕਿ ਸਾਨੂੰ ਵੱਧ ਤੋਂ ਵੱਧ ਸੀਟਾਂ ਦਿਓ। ਕਿਉਂ
ਕਿ ਅਸੀਂ ਆਪਣੀ ਜਿਹੜੀ ਡਿਮਾਂਡ ਆ ਉਹ ਵਿਧਾਨ ਸਭਾ ਦੇ ਵਿੱਚ ਰੱਖ ਸਕੀਏ। ਕਮੀ ਕੀ ਆ ਕਿ 50 ਲੱਖ ਹੋਣ ਦੇ ਬਾਵਜੂਦ ਵੀ ਸਾਨੂੰ ਕੋਈ ਸਾਡੀ ਹੱਕ ਹੀ ਨਹੀਂ ਦੇ ਰਿਹਾ। ਤੇ ਕਿਉਂ ਨਾ ਸਾਡੇ ਸਾਥੀ ਅੱਗੇ ਹੁਣ ਆਪਣੇ ਹੱਕ ਦੀ ਗੱਲ ਆਪ ਕਰਨ, ਸਾਨੂੰ ਕਿਸੇ ਦੇ ਅੱਗੇ ਹੱਥ ਅੱਡਣੇ ਨਾ ਪੈਣ। ਆਪਣੇ ਹੱਕ ਦੀ ਗੱਲ ਵੀ ਕਰੀਏ, ਲੋਕਾਂ ਦੇ ਹੱਕ ਦੀ ਗੱਲ ਵੀ ਕਰੀਏ, ਕਿਸਾਨਾਂ ਦੇ ਹੱਕ ਦੀ ਗੱਲ ਵੀ ਕਰੀਏ। ਦੇਖੋ ਜੀ, ਸਮਾਜ ਜਿਹੜਾ ਹੁੰਦਾ ਉਹ ਇੱਕ ਮੁੱਠੀ ਦੀ ਤਰ੍ਹਾਂ ਹੁੰਦਾ, ਕੱਲਾ ਕੋਈ ਨਹੀਂ ਕਰ ਸਕਦਾ। ਜੇ ਡੀਏ ਏਰੀਅਰ ਪੇ ਕਮਿਸ਼ਨ ਪੁਰਾਣੀ ਪੈਨਸ਼ਨ ਸਕੀਮ ਨੂੰ ਪਾਸੇ ਰੱਖਿਆ ਜਾਵੇ ਤਾਂ ਸਾਡੇ ਵੀ ਛੋਟੀਆਂ ਲਾਦਾਂ, ਸਾਡੇ ਵੀ ਭੈਣ ਭਰਾ ਜਿਨ੍ਹਾਂ ਨੂੰ ਰੁਜ਼ਗਾਰ ਚਾਹੀਦਾ, ਉਹ ਸਾਰੀ ਸਮਾਜ ਦੀ ਡਿਮਾਂਡ ਆ। ਹਰ ਕੋਈ ਕਹਿੰਦਾ ਕਰਪਸ਼ਨ ਫ੍ਰੀ ਸਮਾਜ ਹੋਵੇ, ਹਰ ਕੋਈ ਕਹਿੰਦਾ ਇਹਦੇ ਵਿੱਚ ਹਰ ਇੱਕ ਨੂੰ ਹੱਕ ਮਿਲੇ, ਹਰ ਕੋਈ ਚਾਹੁੰਦਾ ਕਿ ਮੇਰੀ ਲਾਈਫ ਦੇ ਵਿੱਚ ਪ੍ਰੋਸਪੈਰਿਟੀ ਹੋਵੇ। ਤੇ ਜੇ ਚੀਜ਼ਾਂ ਚਾਹੀਦੀਆਂ ਤੇ ਸਮਾਜ ਦੇ ਹਰ ਵਰਗ ਨੂੰ ਜਿਹੜਾ ਉਹਨੂੰ ਧਿਆਨ ਰੱਖਣਾ ਪਏਗਾ। ਤੇ ਇਹਦੇ ਲਈ ਕੀ ਕਰਨਾ ਪਊ? ਸਿਸਟਮ ਬਦਲ ਗਿਆ। ਸਿਸਟਮ ਇਹ ਹੋ ਗਿਆ ਕਿ ਇਹਨਾਂ ਦਾ ਸ਼ੋਸ਼ਣ ਕਰੋ, 5ਵੇਂ ਸਾਲ 'ਚ ਆਓ ਤੇ ਇਹਨਾਂ ਨੂੰ ਜਿਹੜਾ ਹੈਗਾ ਕੁਛ ਨਾ ਕੁਛ ਖੈਰਾਤ ਦੇ ਦਿਓ ਤੇ ਇਹਨਾਂ ਕੋਲ ਵੋਟਾਂ ਦੀ ਮੰਗ ਕਰੋ ਤੇ ਉਹਨਾਂ ਨੂੰ ਭੁਲੇਖਿਆਂ 'ਚ ਪਾ ਕੇ ਵੋਟਾਂ ਲੈ ਕੇ 4 ਸਾਲ ਫਿਰ ਇਹਨਾਂ ਦਾ ਬੇੜਾ ਗਰਕ ਕਰੋ। 5ਵੇਂ ਸਾਲ ਜਿੰਨੀ ਦੇਰ ਤੱਕ ਤੁਸੀਂ ਅਸੀਂ ਸਮਾਜ ਦਾ ਹਰ ਵਰਗ ਇਹ ਚੀਜ਼ ਸਮਝ ਨਹੀਂ ਲੈਂਦਾ ਕਿ ਇਹ ਲੋਟੂ ਟੋਲਾ ਲੋਕਤੰਤਰ ਦਾ ਮਜ਼ਾਕ ਉਡਾ ਕੇ ਨਿੱਜ ਤੰਤਰ ਦੇ ਵਿੱਚ ਕਨਵਰਟ ਕਰ ਚੁੱਕੇ ਆ ਤੇ ਇਸ ਨੂੰ ਮੁੜ ਲੋਕਤੰਤਰ 'ਚ ਲਿਆਉਣਾ ਤੇ ਤੁਹਾਨੂੰ ਸਾਨੂੰ ਸਾਰਿਆਂ ਨੂੰ ਮਿਲ ਕੇ ਮਿਹਨਤ ਕਰਨੀ ਪਊਗੀ। ਤਾਂ ਹੀ ਇਹ ਸਮਾਜ, ਤਾਂ ਹੀ ਇਹ ਪੰਜਾਬ ਆਪਣੇ ਪੈਰਾਂ 'ਤੇ ਖੜੇ ਹੋਊਗਾ। ਨਹੀਂ ਤੇ ਦਰਿਆਵਾਂ 'ਚ ਜਿਹੜੀ ਰੇਤਾ ਵਿਕਦੀ ਇਹਨੂੰ ਸਮੁੰਦਰ ਬਣਾ ਦੇਣਾ ਤੇ ਸਾਡੇ ਰਹਿਣ ਦੇ ਲਾਇਕ ਪੰਜਾਬ ਨਹੀਂ ਰਹਿਣਾ। ਸਾਰੇ ਕੁਦਰਤੀ ਸਰੋਤ ਖਤਮ ਕਰ ਦੇਣੇ ਇਹਨਾਂ ਨੇ, ਸਰਕਾਰੀ ਖਜ਼ਾਨਾ ਖਾਲੀ ਕਰ ਦੇਣਾ, ਸਰਕਾਰੀ ਪ੍ਰਾਪਰਟੀਆਂ ਖਤਮ ਕਰ ਦੇਣੀਆਂ। ਜਦੋਂ ਸਭ ਕੁਝ ਹੀ ਪ੍ਰਾਈਵੇਟ ਹੋ ਗਿਆ, ਸਰਕਾਰ ਕੋਲ ਰਿਹਾ ਹੀ ਕੁਝ ਨਹੀਂ, ਤਾਂ ਫਿਰ ਕੀ ਹੋਊਗਾ? ਇਹ ਈਸਟ ਇੰਡੀਆ ਕੰਪਨੀ ਬਣ ਜੂ। ਈਸਟ ਇੰਡੀਆ ਕੰਪਨੀ ਉਵੇਂ ਸਾਨੂੰ ਗੁਲਾਮ ਕਰ ਲੂ। ਜਿੰਨੀ ਛੇਤੀ ਸਮਝਾਂਗੇ ਉਨੀ ਛੇਤੀ ਬਚ ਜਾਾਂਗੇ, ਨਹੀਂ ਤਾਂ ਗੁਲਾਮੀ ਤੋਂ ਸਾਨੂੰ ਕੋਈ ਨਹੀਂ ਬਚਾ ਸਕਦਾ। ਬਿਲਕੁਲ, ਜਿੰਨੀ ਛੇਤੀ ਸਮਝਾਂਗੇ ਉਨੀ ਜਲਦੀ ਬਚਾਂਗੇ। ਤੇ ਇਹ ਜਿਹੜੀ ਪੰਡ ਹੈਗੀ ਹੈ ਸਰਕਾਰਾਂ ਦੇ ਝੂਠੇ ਵਾਅਦਿਆਂ ਦੀ, ਮੈਂ ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਇਸ 'ਤੇ ਜ਼ਰੂਰ ਕੈਮਰਾ ਮਾਰੇ। ਇਹ ਭਰੀ ਹੋਈ ਝੂਠ ਦੀ ਜਿਹੜੀ ਪੰਡ ਹੈਗੀ ਹੈ, ਇਹ ਪੰਡ ਤੇ ਇਹ ਜਿਹੜੇ ਮੁਲਾਜ਼ਮ ਨੇ, ਇਹਨਾਂ ਮੁਲਾਜ਼ਮਾਂ ਦਾ ਉਸ ਬੱਚੇ ਵਰਗਾ ਹਾਲ ਹੈ ਜਿਸ ਨੂੰ 4.5 ਪੌਣੇ 5 ਸਾਲ ਲੋਲੀਪੌਪ ਦਿਖਾਇਆ ਜਾਂਦਾ ਹੈ ਤੇ ਮੁੜ ਕੇ ਜੇਲ੍ਹ 'ਚ ਪਾਇਆ ਜਾਂਦਾ ਹੈ। ਪਰ 5ਵੇਂ ਸਾਲ ਜਦੋਂ ਫਿਰ ਚੋਣਾਂ ਨੇੜੇ ਹੁੰਦੀਆਂ ਨੇ ਤਾਂ ਇੱਕ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਂਦਾ ਵੀ ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ। ਪੇ ਕਮਿਸ਼ਨ ਹੋਵੇ, ਪੁਰਾਣੀ ਪੈਨਸ਼ਨ ਸਕੀਮ ਹੋਵੇ ਜਾਂ ਹੋਰ ਕਿਹੜੀਆਂ ਮੰਗਾਂ ਨੇ, ਸਿਰਫ ਮੁਲਾਜ਼ਮਾਂ ਦੀਆਂ ਹੀ ਨਹੀਂ ਲੋਕਾਂ ਦੀਆਂ ਵੀ ਘਰ ਰੋਜ਼ਗਾਰ ਦੇਵਾਂਗੇ, ਫ੍ਰੀ ਦਾ ਇਹ ਦੇਵਾਂਗੇ, ਫ੍ਰੀ ਦਾ ਉਹ ਦੇਵਾਂਗੇ। ਪਰ ਜਦੋਂ ਚੋਣਾਂ ਜਿੱਤ ਜਾਂਦੇ ਨੇ ਉਸ ਤੋਂ ਬਾਅਦ ਫਿਰ ਕੀ ਹਾਲ ਹੁੰਦਾ ਹੈ? ਫਿਰ ਉਹ ਬੱਚਾ ਰੋਂਦਾ ਰਹਿੰਦਾ ਹੈ, ਉਸ ਨੂੰ ਚਪੇੜਾਂ ਵੀ ਮਾਰਦੇ ਨੇ, ਲੋਲੀਪੌਪ ਦੂਰੋਂ ਦਿਖਾ ਕੇ ਫਿਰ ਮੁੜ ਜੇਬ 'ਚ ਪਾ ਲੈਂਦੇ ਨੇ। ਪਰ ਹੁਣ ਲੋੜ ਹੈ ਕਿ ਸਮਾਂ ਘੱਟ ਬਚਿਆ ਹੈ ਕਿ ਹੁਣ ਲੋਕਾਂ ਨੂੰ ਜਾਗਣਾ ਪੈਣਾ। ਜੇ ਵਾਕਈ ਤੀਜੇ ਧਿਰ ਦੀ ਜ਼ਰੂਰਤ ਹੈਗੀ ਹੈ ਪੰਜਾਬ ਨੂੰ, ਤਾਂ ਉਹ ਹੁਣ ਲੋਕਾਂ ਨੂੰ ਪਰਖੋ, ਦੇਖੋ ਕਿ ਆਖਰ ਤੀਜੇ ਧਿਰ ਦੇ ਲਈ ਕੌਣ ਬੰਦੇ ਠੀਕ ਨੇ। ਫਿਲਹਾਲ ਇਸ ਪੰਡ ਦਾ ਭਾਰ ਆਉਣ ਵਾਲੇ ਦਿਨਾਂ ਦੇ ਵਿੱਚ ਘਟੇਗਾ ਜਾਂ ਫਿਰ ਨਹੀਂ, ਕਿਉਂਕਿ ਚੋਣਾਂ ਨੇੜੇ ਆ ਰਹੀਆਂ ਨੇ। ਹੋ ਸਕਦਾ ਹੈ ਕਿ ਇਸ ਭਾਰ ਨੂੰ ਘਟਾਉਣ ਦੀ ਕੋਸ਼ਿਸ਼ ਵੀ ਕੀਤੀ ਜਾਵੇ, ਪਰ 4 ਸਾਲਾਂ ਤੋਂ ਬਾਅਦ ਕੀ ਇਹ ਜਾਇਜ਼ ਹੈ? ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।